ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਲਾਏ ਗਏ ਕੰਟੈਂਟ ਦੇ ਵਿੱਚ NSQF ਦੇ 11ਵੀਂ ਕਲਾਸ ਦੀ ਟ੍ਰੇਡ IT ਦੇ ਯੂਨਿਟ ਨੰਬਰ 7 ਨੈਟਵਰਕਿੰਗ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਕੰਟੈਂਟ ਜਾਂ ਟੌਪਿਕ ਇਸ ਵੀਡੀਓ ਦੇ ਦੌਰਾਨ ਕਿਹੜੇ ਟੌਪਿਕ ਨੇ ਜਿਹੜੇ ਉਹ ਕਵਰ ਕੀਤੇ ਜਾਣਗੇ। ਨੈਟਵਰਕਿੰਗ, ਟਾਈਪਸ ਆਫ ਕੰਪਿਊਟਰ ਨੈਟਵਰਕ, ਆਰਕੀਟੈਕਚਰ ਆਫ ਨੈਟਵਰਕ, ਨੈਟਵਰਕਿੰਗ ਟੋਪੋਲੋਜੀ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਕੰਪਿਊਟਰ ਨੈਟਵਰਕ ਕੀ ਹੈ ਅਤੇ ਇਸ ਦੀ ਲੋੜ ਕਿਉਂ ਪਈ। ਅੱਜ ਦਾ ਵਰਡ ਹੈ ਜਿਹੜਾ ਉਹ ਡਾਇਨਾਮਿਕ ਵਰਡ ਹੈ। ਲੋੜ ਪੈਂਦੀ ਹੈ ਆਪਾਂ ਨੂੰ ਫਾਸਟ ਤੋਂ ਫਾਸਟ ਡਾਟਾ ਟਰਾਂਸਫਰ ਕਰਨ ਦੀ। ਇਸ ਦੀ ਲੋੜ ਨੂੰ ਪੂਰਾ ਕਰਨ ਦੇ ਲਈ ਆਪਾਂ ਨੂੰ ਕੰਪਿਊਟਰ ਨੈਟਵਰਕ ਦੀ ਲੋੜ ਪਈ। ਡਿਫਰੈਂਟ ਪਾਰਟ ਆਫ ਦਾ ਵਰਡ ਆਰ ਕਨੈਕਟਡ ਟੂ ਈਚ ਅਦਰ ਟੂ ਸ਼ੇਅਰ ਡਾਟਾ। ਡਿਫਰੈਂਟ ਤਰ੍ਹਾਂ ਦੇ ਜਿਹੜੇ ਪਾਰਟ ਨੇ ਵਰਡ ਦੇ ਵਿੱਚ, ਠੀਕ ਹੈ, ਉਹ ਆਪਸ ਦੇ ਵਿੱਚ ਜੁੜੇ ਹੋਏ ਨੇ ਇੱਕ ਦੂਜੇ ਦੇ ਨਾਲ ਡਾਟੇ ਨੂੰ ਟਰਾਂਸਫਰ ਕਰਨ ਦੇ ਲਈ। ਤਾਂ ਡਾਟੇ ਨੂੰ ਫਾਸਟ ਟਰਾਂਸਫਰ ਕਰਨ ਦੇ ਲਈ ਆਪਾਂ ਨੂੰ ਕੰਪਿਊਟਰ ਨੈਟਵਰਕ ਦੀ ਲੋੜ ਪਈ। ਇਹ ਕੰਪਿਊਟਰ ਨੈਟਵਰਕ ਇਜ਼ ਏ ਗਰੁੱਪ ਆਫ ਕੰਪਿਊਟਰ ਦੈਟ ਯੂਜ਼ ਏ ਸੈਟ ਆਫ ਕਾਮਨ ਕਮਿਊਨੀਕੇਸ਼ਨ ਪ੍ਰੋਟੋਕੋਲ। ਇਹ ਇੱਕ ਕੰਪਿਊਟਰਾਂ ਦਾ ਸਮੂਹ ਹੈ ਜਿਹੜਾ ਕਾਮਨ ਕਮਿਊਨੀਕੇਸ਼ਨ ਪ੍ਰੋਟੋਕੋਲ ਦੀ ਵਰਤੋਂ ਕਰਦਾ ਹੈ ਓਵਰ ਡਿਜੀਟਲ ਇੰਟਰਕਨੈਕਸ਼ਨ। ਡਿਜੀਟਲ ਇੰਟਰਕਨੈਕਸ਼ਨ ਟਰਾਂਸਮਿਸ਼ਨ ਮੀਡੀਆ। ਡਿਜੀਟਲ ਟਰਾਂਸਮਿਸ਼ਨ ਮੀਡੀਆ ਜਿਹੜਾ ਜਾਂ ਉਹ ਕੋਐਕਸੀਕਲ ਕੇਬਲ ਹੋ ਸਕਦੀ ਹੈ ਜਾਂ ਫਾਈਬਰ ਆਪਟਿਕ ਕੇਬਲ ਹੋ ਸਕਦੀ ਹੈ ਜਿਸ ਦੇ ਉੱਤੇ ਡਾਟੇ ਨੂੰ ਸ਼ੇਅਰ ਕੀਤਾ ਜਾਂਦਾ ਹੈ। ਦੂਸਰੇ ਸ਼ਬਦਾਂ ਦੇ ਵਿੱਚ ਟੂ ਔਰ ਮੋਰ ਕੰਪਿਊਟਰ ਕਨੈਕਟਡ ਵਿਦ ਈਚ ਅਦਰ ਫਾਰ ਦਾ ਪਰਪਜ਼ ਆਫ ਡਾਟਾ ਸ਼ੇਅਰਿੰਗ। ਦੋ ਜਾਂ ਦੋ ਤੋਂ ਵੱਧ ਕੰਪਿਊਟਰ ਆਪਸ ਦੇ ਵਿੱਚ ਡਾਟੇ ਨੂੰ ਸ਼ੇਅਰ ਕਰਨ ਦੇ ਲਈ ਜੁੜੇ ਹੁੰਦੇ ਨੇ, ਉਹਨਾਂ ਨੂੰ ਆਪਾਂ ਨੈਟਵਰਕਿੰਗ ਕਹਿ ਸਕਦੇ ਹਾਂ। ਨੈਟਵਰਕਿੰਗ ਦੇ ਆਪਾਂ ਨੂੰ ਫਾਇਦੇ ਕੀ ਨੇ। ਹਾਰਡਵੇਅਰ ਵੀ ਆਪਾਂ ਇਹਦੇ ਨਾਲ ਸਾਂਝਾ ਕਰ ਸਕਦੇ ਹਾਂ, ਠੀਕ ਹੈ। CPU ਸਾਂਝਾ ਕਰ ਸਕਦੇ ਹਾਂ, ਹਾਰਡ ਡਿਸਕ ਸ਼ੇਅਰ ਕਰ ਸਕਦੇ ਹਾਂ, ਪ੍ਰਿੰਟਰ ਸ਼ੇਅਰ ਕਰ ਸਕਦੇ ਹਾਂ, ਫਾਈਲ ਜਾਂ ਕੋਈ ਸੌਫਟਵੇਅਰ ਸ਼ੇਅਰ ਕਰ ਸਕਦੇ ਹਾਂ। ਡਾਇਗਰਾਮ ਦੇ ਵਿੱਚ ਆਪਾਂ ਦੇਖਦੇ ਹਾਂ ਇੱਕ CPU ਹੈ ਅਤੇ 8 ਕੰਪਿਊਟਰ ਇਸ ਦੇ ਨਾਲ ਜੁੜੇ ਹੋਏ ਨੇ ਬਾਏ ਦਾ ਹੈਲਪ ਆਫ ਨੈਟਵਰਕ ਅਤੇ ਕੇਬਲ ਦੇ ਜ਼ਰੀਏ 8 ਕੰਪਿਊਟਰ ਇੱਕ ਹੀ CPU ਦੀ ਵਰਤੋਂ ਕਰਦੇ ਨੇ ਜਿਸ ਦੇ ਨਾਲ ਕੋਸਟ ਵੀ ਘੱਟ ਜਾਂਦੀ ਹੈ। ਨਹੀਂ ਤਾਂ ਆਪਾਂ ਨੂੰ 8 CPU ਅਗਰ ਆਪਾਂ ਉਹ ਪ੍ਰਿੰਟ ਵੀ ਕੱਢਣਾ ਚਾਹੁੰਦੇ ਹਾਂ ਤਾਂ ਇਕੱਲੇ 'ਤੇ 8 ਪ੍ਰਿੰਟਰ ਦੀ ਆਪਾਂ ਨੂੰ ਲੋੜ ਪੈਂਦੀ ਹੈ, ਤਾਂ ਜਿਸ ਦੇ ਨਾਲ ਇੱਕ ਹੀ ਪ੍ਰਿੰਟਰ ਅਤੇ ਇੱਕ ਹੀ CPU ਨੂੰ ਵਰਤਿਆ ਜਾ ਸਕਦਾ ਹੈ ਨੈਟਵਰਕ ਦੇ ਜ਼ਰੀਏ। ਇਸ ਦੀਆਂ 3 ਆਪਣੇ ਕੋਲੇ ਟਾਈਪਸ ਨੇ। ਟਾਈਪਸ ਆਫ ਨੈਟਵਰਕ ਲੈਨ, ਮੈਨ ਅਤੇ ਵੈਨ। ਇਕੱਲੇ ਬਾਰੇ ਪੜ੍ਹਦੇ ਹਾਂ ਆਪਾਂ। ਲੈਨ ਕੀ ਹੈ? ਇਹ ਲੋਕਲ ਏਰੀਆ ਨੈਟਵਰਕ is a group of computer and peripheral devices which are connected in a limited area such as school, laboratory, home and office building। ਇੱਕ ਲਿਮਟਡ ਜਿਓਗ੍ਰਾਫੀਕਲ ਏਰੀਆ ਆ ਜਾਂਦਾ ਇਹਦੇ ਵਿੱਚ, ਜਿਵੇਂ ਕੋਈ ਸਕੂਲ ਦੇ ਵਿੱਚ ਨੈਟਵਰਕ ਹੈ ਜਾਂ ਕੋਈ ਲੈਬੋਰਟਰੀ ਹੈ ਜਾਂ ਹੋਮ ਹੈ ਜਾਂ ਆਫਿਸ ਦੀ ਬਿਲਡਿੰਗ ਹੈ ਕਿਸੇ ਦੀ। ਇੱਕ ਸਮਾਲ ਏਰੀਆ ਇਸ ਦੇ ਵਿੱਚ ਕਵਰ ਕੀਤਾ ਜਾਂਦਾ ਹੈ। ਇਟ ਇਜ਼ ਵਾਈਡਲੀ ਯੂਜ਼ਫੁਲ ਨੈਟਵਰਕ ਫੋਰ ਸ਼ੇਅਰਿੰਗ ਰਿਸੋਰਸ ਲਾਈਕ ਐਜ ਫਾਈਲ। ਇਹਦੇ ਨਾਲ ਫਾਈਲ ਨੂੰ ਸ਼ੇਅਰ ਕੀਤਾ ਜਾਂਦਾ, ਪ੍ਰਿੰਟਰ ਨੂੰ ਸ਼ੇਅਰ ਕੀਤਾ ਜਾਂਦਾ, ਗੇਮਸ ਐਂਡ ਅਦਰ ਐਪਲੀਕੇਸ਼ਨ। ਮੰਨ ਲਓ ਆਪਾਂ ਕਿਸੇ ਆਫਿਸ ਦੇ ਵਿੱਚ ਕੰਮ ਕਰਦੇ ਹਾਂ, ਉੱਥੇ ਆਪਣੇ ਕੋਲੇ 5 ਕੰਪਿਊਟਰ ਇੱਕ ਆਫਿਸ ਦੇ ਵਿੱਚ ਆਪਸ ਦੇ ਵਿੱਚ ਜੁੜੇ ਹੋਏ ਨੇ, ਠੀਕ ਹੈ। ਤਾਂ ਆਪਾਂ ਨੂੰ 5 ਦੇ ਵਿੱਚ ਨੈਟਵਰਕਿੰਗ ਬਣਾ ਕੇ ਇੱਕ ਹੀ CPU ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇੱਕ ਹੀ ਪ੍ਰਿੰਟਰ ਦੀ ਵਰਤੋਂ ਕੀਤੀ ਜਾਂਦੀ ਹੈ। ਨੈਟਵਰਕਿੰਗ ਦੇ ਨਾਲ ਪ੍ਰਿੰਟਰ ਅਤੇ CPU ਦੀ ਕੋਸਟ ਨੂੰ ਘਟਾਇਆ ਜਾ ਸਕਦਾ ਹੈ। ਅਤੇ ਹਾਰਡਵੇਅਰ ਕਿਹੜੇ ਲਾਈਨ ਦੇ ਵਿੱਚ ਵਰਤੇ ਜਾਂਦੇ ਨੇ? ਟਵਿਸਟ ਪੇਅਰ ਕੇਬਲ ਵਰਤੀ ਜਾਂਦੀ ਹੈ, ਠੀਕ ਹੈ। ਸਟਾਰ, ਬੱਸ ਅਤੇ ਰਿੰਗ ਇਹ ਟਪੋਲੋਜੀ ਵਰਤੀਆਂ ਜਾਂਦੀਆਂ ਨੇ। ਇਹ ਬਹੁਤ ਹੀ ਰਿਲਾਇਬਲ ਹੈ, ਭਰੋਸੇਯੋਗ ਹੈ। ਲਿਮਟਡ ਏਰੀਆ ਇਹਦਾ, ਲਿਮਟਡ ਯੂਜ਼ਰ ਇਹਦੇ ਵਿੱਚ ਆ ਜਾਂਦੇ ਨੇ, ਠੀਕ ਹੈ। ਹੱਬ, ਸਰਵਰ, ਟਰਾਂਸਮਿਸ਼ਨ ਚੈਨਲ, ਫਾਈਬਰ ਆਪਟੀਕਲ ਕੇਬਲ, ਟਵਿਸਟ ਪੇਅਰ ਕੇਬਲ, ਕੋਐਕਸੀਕਲ ਕੇਬਲ ਅਤੇ ਰੇਡੀਓ ਵੇਵਸ ਇਹਨਾਂ ਦੇ ਵਿੱਚ ਹਾਰਡਵੇਅਰ ਵਰਤੇ ਜਾਂਦੇ ਨੇ। NIU ਨੈਟਵਰਕ ਇੰਟਰਫੇਸ ਯੂਨਿਟ ਅਤੇ ਵਰਕਸਟੇਸ਼ਨ ਦੀ ਵੀ ਆਪਾਂ ਲਾਈਨ ਨੂੰ ਬਣਾਉਣ ਦੇ ਲਈ ਵਰਤੋਂ ਕਰਦੇ ਹਾਂ।
दूसरी टाइप अपने कोल आ जाती है मैन। ਇਹਦਾ ਪੂਰਾ ਨਾਮ ਹੈ ਮੈਟਰੋਪੋਲੀਟਨ ਏਰੀਆ ਨੈਟਵਰਕ। ਇਹ ਹੁੰਦਾ ਕੀ ਹੈ? ਇਜ ਕੰਸਿਸਟਿੰਗ ਆਫ ਕੰਪਿਊਟਰ ਨੈਟਵਰਕ ਅਕਰੋਸ ਦਾ ਇੰਟਾਇਰ ਸਿਟੀ ਕਾਲਜ ਕੈਪਸ ਔਰ ਇਹ ਸਮਾਲ ਰੀਜਨ। ਛੋਟਾ ਜਿਹਾ ਕੋਈ ਰੀਜਨ ਹੋ ਸਕਦਾ ਹੈ, ਠੀਕ ਹੈ, ਏਰੀਆ ਹੋ ਸਕਦਾ ਹੈ, ਜਾਂ ਆਪਣੇ ਕੋਲੇ ਇੰਟਾਇਰ ਸਿਟੀ ਪੂਰੇ ਸ਼ਹਿਰ ਦਾ ਨੈਟਵਰਕ ਹੋ ਸਕਦਾ ਹੈ। ਇਹਦੀ ਉਦਾਹਰਨ ਕੀ ਹੈ? ਇਸ ਦੀ ਉਦਾਹਰਨ ਹੈ ਕੇਬਲ ਟੀਵੀ ਦਾ ਜਿਹੜਾ ਨੈਟਵਰਕ ਹੈ। ਕੇਬਲ ਟੀਵੀ ਦਾ ਨੈਟਵਰਕ ਹੈ 50 ਕਿਲੋਮੀਟਰ ਦੀ ਰੇਂਜ 'ਚ ਹੋ ਸਕਦਾ, ਉਹ ਇੰਟਾਇਰ ਸਿਟੀ ਹੋ ਸਕਦਾ ਹੈ, ਠੀਕ ਹੈ। ਰਿਸੋਰਸ ਸ਼ੇਅਰ ਇਹਦੇ ਵਿੱਚ ਕੀ ਹੁੰਦੇ ਨੇ? ਡਿਵਾਈਸ ਟੂ ਡਿਵਾਈਸ ਜਿਹੜੇ ਰਿਸੋਰਸ ਉਹ ਸ਼ੇਅਰ ਹੁੰਦੇ ਨੇ, ਡਿਵਾਈਸ ਤੋਂ ਡਿਵਾਈਸ। ਪ੍ਰਾਈਵੇਟ ਅਤੇ ਪਬਲਿਕ ਹੋ ਸਕਦਾ ਹੈ, ਅਤੇ ਇੱਕ ਮਤਲਬ ਕਿ 10 ਮੀਲ ਤੱਕ ਇਸ ਦਾ ਜਿਹੜਾ ਨੈਟਵਰਕ ਹੈ ਹੋ ਸਕਦਾ ਹੈ। ਇਹ ਵੀ ਫਾਸਟ ਹੈ ਕਿਉਂਕਿ ਜਿੰਨੀ ਆਪਣੇ ਕੋਲੇ ਨੈਟਵਰਕਿੰਗ ਦੇ ਵਿੱਚ ਡਿਸਟੈਂਸ ਘੱਟ ਹੋਊਗੀ ਓਨੀ ਹੀ ਸਪੀਡ ਜ਼ਿਆਦਾ ਹੁੰਦੀ ਹੈ। ਵੈਨ ਆ ਗਿਆ ਆਪਣੇ ਕੋਲੇ। ਵਾਈਡ ਏਰੀਆ ਨੈਟਵਰਕ ਇਜ਼ ਅਨਦਰ ਇੰਪੋਰਟੈਂਟ ਕੰਪਿਊਟਰ ਨੈਟਵਰਕ ਦੈਟ ਵਿਚ ਇਜ ਸਪਰੈਡ ਅਕਰੋਸ ਏ ਲਾਰਜ ਜੋਗ੍ਰਾਫਿਕਲ ਏਰੀਆ। ਬਹੁਤ ਵੱਡੇ ਏਰੀਆ ਦੇ ਲਈ ਵਰਤਿਆ ਜਾਂਦਾ ਹੈ। ਵੈਨ ਨੈਟਵਰਕ ਸਿਸਟਮ ਕੁਡ ਬੀ ਏ ਕਨੈਕਸ਼ਨ ਆਫ ਲੈਨ ਵਿਚ ਕਨੈਕਟ ਵਿਦ ਅਦਰ ਲੈਨ ਯੂਜ਼ਿੰਗ ਟੈਲੀਫੋਨ ਲਾਈਨ ਔਰ ਰੇਡੀਓ ਵੇਵਸ। ਰੇਡੀਓ ਵੇਵ ਜਾਂ ਟੈਲੀਫੋਨ ਲਾਈਨ ਦੇ ਜ਼ਰੀਏ ਲੈਨ ਆਪਸ ਦੇ ਵਿੱਚ ਜੁੜੇ ਹੁੰਦੇ ਨੇ। ਬਹੁਤ ਸਾਰੇ ਲੈਨ ਆਪਸ ਦੇ ਵਿੱਚ ਜੁੜ ਜਾਂਦੇ ਨੇ ਤਾਂ ਉਹ ਵੈਨ ਬਣ ਜਾਂਦਾ ਵਾਈਡ ਏਰੀਆ ਨੈਟਵਰਕ। ਇਹ ਪੂਰੀ ਕੰਟਰੀ ਦਾ ਨੈਟਵਰਕ ਹੈ, ਦੇਸ਼ ਦਾ ਹੋ ਸਕਦਾ, ਕੌਂਟੀਨੈਂਟ ਇੱਕ ਮਹਾਂਦੀਪ ਵੀ ਹੋ ਸਕਦਾ ਪੂਰਾ, ਜਿਵੇਂ ਆਪਣਾ ਏਸ਼ੀਆ ਮਹਾਂਦੀਪ ਹੈ। ਹੋਲ ਵਰਲਡ ਪੂਰੇ ਦਾ ਪੂਰਾ ਸੰਸਾਰ ਵੀ ਇਸ ਦੇ ਵਿੱਚ ਕਵਰ ਹੋ ਸਕਦਾ। ਤਾਂ ਇਸ ਦੇ ਵਿੱਚ ਹਾਰਡਵੇਅਰ ਆਪਣੇ ਕੋਲੇ ਵਰਤੇ ਜਾਂਦੇ ਨੇ, ਬ੍ਰਿਜ, ਰਾਊਟਰ ਅਤੇ ਗੇਟਵੇ। ਅਤੇ ਆਪਣੇ ਕੋਲੇ ਟਰਾਂਸਮਿਸ਼ਨ ਚੈਨਲ ਜਿਹੜੇ ਇਹਦੇ ਵਿੱਚ ਵੈਨ ਦੇ ਵਿੱਚ ਵਰਤੇ ਜਾਂਦੇ ਨੇ, ਟੈਲੀਫੋਨ ਲਾਈਨ, ਮਾਈਕ੍ਰੋਵੇਵ ਕਮਿਊਨੀਕੇਸ਼ਨ ਸੈਟੇਲਾਈਟ ਦੇ ਜ਼ਰੀਏ ਆਪਾਂ ਡਾਟੇ ਨੂੰ ਟਰਾਂਸਫਰ ਕਰਦੇ ਹਾਂ। ਇਸ ਦੀ ਐਗਜ਼ਾਮਪਲ, ਲਾਈਵ ਐਗਜ਼ਾਮਪਲ ਹੈ ਰੇਲਵੇ ਹੈ, ਏਅਰਲਾਈਨਸ ਜਾਂ ਬੈਂਕਿੰਗ। ਅੱਗੇ ਆਪਣੇ ਕੋਲ ਆ ਜਾਂਦਾ ਹੈ ਆਰਕੀਟੈਕਚਰ ਆਫ ਨੈਟਵਰਕ। ਆਰਕੀਟੈਕਚਰ ਨੈਟਵਰਕ ਦਾ ਆਰਕੀਟੈਕਚਰ ਕੀ ਹੈ? ਨਕਸ਼ਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਨੈਟਵਰਕ ਆਰਕੀਟੈਕਚਰ ਰੈਫਰ ਟੂ ਦਾ ਵੇ ਨੈਟਵਰਕ ਡਿਵਾਈਸ ਐਂਡ ਸਰਵਿਸ ਆਰ ਸਟਰਕਚਰ ਟੂ ਸਰਵ ਦਾ ਕਨੈਕਟੀਵਿਟੀ ਨੀਡਸ ਆਫ ਕਲਾਇੰਟ ਡਿਵਾਈਸ। ਕਲਾਇੰਟ ਡਿਵਾਈਸ ਦੀਆਂ ਨੀਡਸ ਨੂੰ ਪੂਰਾ ਕਰਨ ਦੇ ਲਈ ਕਿਸ ਤਰ੍ਹਾਂ ਦਾ ਜਿਹੜਾ ਉਹ ਸਟਰਕਚਰ ਹੈ ਡਿਵਾਈਸ ਦੇ ਦੁਆਰਾ ਬਣਾਇਆ ਗਿਆ, ਕਿਵੇਂ ਉਹ ਆਪਸ ਦੇ ਵਿੱਚ ਜੁੜੇ ਗਏ ਨੇ। ਨੈਟਵਰਕ ਡਿਵਾਈਸ ਟਿਪੀਕਲੀ ਇਨਕਲੂਡ ਸਵਿਚ ਐਂਡ ਰਾਊਟਰ। ਇਹਦੇ ਵਿੱਚ ਸਵਿਚ ਅਤੇ ਰਾਊਟਰ ਵਰਤੇ ਜਾਂਦੇ ਨੇ। ਇਹ ਕੰਪਿਊਟਰ ਆਰਕੀਟੈਕਚਰ ਇਜ਼ ਏ ਡਿਜ਼ਾਈਨ ਇਨ ਵਿਚ ਆਲ ਕੰਪਿਊਟਰ ਇਨ ਦਾ ਕੰਪਿਊਟਰ ਨੈਟਵਰਕ ਆਰ ਆਰਗੇਨਾਈਜ਼। ਇੱਕ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਸ ਦੇ ਵਿੱਚ ਆਲ ਕੰਪਿਊਟਰ ਜਿਹੜੇ ਹੁੰਦੇ ਨੇ ਉਹ ਕਿਵੇਂ ਆਰਗੇਨਾਈਜ਼ ਇਨ ਦਾ ਕੰਪਿਊਟਰ ਨੈਟਵਰਕ ਆਰ ਆਰਗੇਨਾਈਜ਼, ਕਿਵੇਂ ਆਰਗੇਨਾਈਜ਼ ਕੀਤੇ ਗਏ ਨੇ। ਇਹ ਦੋ ਤਰ੍ਹਾਂ ਦਾ ਹੁੰਦਾ ਹੈ, ਪੀਅਰ ਟੂ ਪੀਅਰ ਅਤੇ ਕਲਾਇੰਟ ਸਰਵਰ। ਪੀਅਰ ਟੂ ਪੀਅਰ ਆਰਕੀਟੈਕਚਰ ਕੀ ਹੁੰਦਾ ਹੈ? ਇਨ ਏ ਪੀਅਰ ਟੂ ਪੀਅਰ ਨੈਟਵਰਕ ਟਾਸਕ ਆਰ ਐਲੋਕੇਟਡ ਟੂ ਐਵਰੀ ਡਿਵਾਈਸ ਔਨ ਦਾ ਨੈਟਵਰਕ। ਜਿੰਨੀਆਂ ਵੀ ਡਿਵਾਈਸ ਹੁੰਦੀਆਂ ਨੇ ਨੈਟਵਰਕ ਦੇ ਵਿੱਚ ਸਭ ਨੂੰ ਟਾਸਕ ਐਲੋਕੇਟਡ ਕੀਤੀ ਜਾਂਦੀ ਹੈ ਇਸ ਦੇ ਵਿੱਚ। ਫਰਦਰ ਮੋਰ ਦੇਰ ਇਜ਼ ਨੋ ਰੀਅਲ ਹਰਾਰਕੀ ਇਨ ਦਿਸ ਨੈਟਵਰਕ। ਇਹਦੇ ਵਿੱਚ ਕੋਈ ਰੀਅਲ ਹਰਾਰਕੀ ਨਹੀਂ ਹੁੰਦੀ। ਆਲ ਕੰਪਿਊਟਰ ਆਰ ਕੰਸੀਡਰ ਇਕੁਅਲ ਐਂਡ ਆਲ ਹੈਵ ਦਾ ਸੇਮ ਅਬਿਲਿਟੀ ਟੂ ਯੂਜ਼ ਦਾ ਰਿਸੋਰਸ ਅਵੇਲੇਬਲ ਔਨ ਦਿਸ ਨੈਟਵਰਕ। ਜਿਹੜੇ ਨੈਟਵਰਕ 'ਤੇ ਰਿਸੋਰਸ ਅਵੇਲੇਬਲ ਹੁੰਦੇ ਨੇ ਸਾਰੇ ਕੰਪਿਊਟਰਾਂ ਨੂੰ ਇਕੁਅਲ ਅਧਿਕਾਰ ਹੁੰਦਾ ਹੈ। ਹਰੇਕ ਆਪਸ ਦੇ ਵਿੱਚ ਕੰਪਿਊਟਰ ਹਰੇਕ ਆਪਣੇ ਆਪ ਦੇ ਵਿੱਚ ਇੱਕ ਸਰਵਰ ਦਾ ਕੰਮ ਕਰਦਾ। ਇਹਦੇ ਵਿੱਚ ਕੋਈ ਮੇਨ ਸਰਵਰ ਨਹੀਂ ਹੁੰਦਾ। ਸਾਰੇ ਕੰਪਿਊਟਰਾਂ ਨੂੰ ਇੱਕ ਤਰ੍ਹਾਂ ਦਾ ਹੀ ਅਧਿਕਾਰ ਹੈ, ਇੱਕੋ ਤਰ੍ਹਾਂ ਦੀ ਹੀ ਪਾਵਰ ਪੀਅਰ ਟੂ ਪੀਅਰ ਨੈਟਵਰਕ ਦੇ ਵਿੱਚ ਹੁੰਦੀ ਹੈ। each computer that connected to this network would act as a server for the file stored on it। ਹਰੇਕ ਕੰਪਿਊਟਰ ਆਪਣੇ ਆਪ 'ਚ ਇੱਕ ਸਰਵਰ ਦਾ ਕੰਮ ਕਰਦਾ। ਜਿਵੇਂ ਆ ਡਾਇਗਰਾਮ ਦੇ ਵਿੱਚ ਦੇਖਦੇ ਹਾਂ, ਸਾਰੇ ਹੀ ਕੰਪਿਊਟਰ ਪੀਅਰ ਟੂ ਪੀਅਰ ਨੈਟਵਰਕ ਦੇ ਵਿੱਚ ਜਿਹੜੇ ਰਿਸੋਰਸ ਨੂੰ ਸ਼ੇਅਰ ਕਰਦੇ ਨੇ, ਇਕੁਅਲ ਰਿਸੋਰਸ ਨੂੰ ਸ਼ੇਅਰ ਕਰਦੇ ਨੇ। ਹਰੇਕ ਦਾ ਦਰਜਾ ਇਸ ਦੇ ਵਿੱਚ ਬਰਾਬਰ ਹੁੰਦਾ ਹੈ। ਕਲਾਇੰਟ ਸਰਵਰ ਆਰਕੀਟੈਕਚਰ। ਕਲਾਇੰਟ ਸਰਵਰ ਜਿਵੇਂ ਕਿ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਵੀ ਕਲਾਇੰਟ ਅਤੇ ਸਰਵਰ। ਕਲਾਇੰਟ ਗਾਹਕ ਹੁੰਦਾ ਹੈ ਅਤੇ ਸਰਵਰ ਜਿਹੜਾ ਆਪਾਂ ਨੂੰ ਸੇਵਾਵਾਂ ਮੁਹੱਈਆ ਕਰਾਉਂਦਾ ਹੈ। ਕਲਾਇੰਟ ਜਿਹੜਾ ਸੇਵਾ ਲੈਂਦਾ ਹੈ ਅਤੇ ਸਰਵਰ ਹੈ ਜਿਹੜਾ ਉਹ ਸੇਵਾ ਮੁਹੱਈਆ ਕਰਾਉਂਦਾ ਹੁੰਦਾ ਹੈ। ਇਨ ਏ ਕਲਾਇੰਟ ਸਰਵਰ ਨੈਟਵਰਕ ਇਹ ਸੈਂਟਰਲਾਈਜ਼ਡ
really powerful computer act as a hub in which other computer or workstation can connect to। ਇੱਕ ਸੈਂਟਰਲ ਹੱਬ ਹੁੰਦਾ ਹੈ, ਇੱਕ ਸਰਵਰ ਹੁੰਦਾ ਹੈ ਜਿਸ ਦੇ ਨਾਲ ਦੂਸਰੇ ਸਾਰੇ ਕੰਪਿਊਟਰ ਜੁੜੇ ਹੁੰਦੇ ਨੇ। ਜਿਹੜੇ ਵੀ ਡਾਟੇ ਦੀ ਲੋੜ ਹੁੰਦੀ ਹੈ, ਸਰਵਰ ਦੇ ਖੁਦ ਦੇ ਡਾਟਾਬੇਸ ਹੁੰਦੇ ਨੇ, ਜਿਹੜੇ ਵਰਕਸਟੇਸ਼ਨ ਜਾਂ ਕੰਪਿਊਟਰ ਜਾਂ ਕਲਾਇੰਟ ਹੁੰਦੇ ਨੇ ਉਹ ਰਿਕੁਐਸਟ ਕਰਦੇ ਹੁੰਦੇ ਨੇ ਡਾਟੇ ਦੇ ਲਈ ਸਰਵਰ ਨੂੰ, ਅਤੇ ਸਰਵਰ ਉਹਨਾਂ ਦੀ ਰਿਕੁਐਸਟ ਨੂੰ ਪੂਰਾ ਕਰਨ ਦੇ ਲਈ ਆਪਣੇ ਡਾਟੇ ਬੇਸ ਦੇ ਵਿੱਚੋਂ ਡਾਟਾ ਚੱਕ ਕੇ ਕਲਾਇੰਟ ਨੂੰ ਪ੍ਰੋਵਾਈਡ ਕਰਾਉਂਦਾ। ਦਿਸ ਸਰਵਰ ਇਜ਼ ਦਾ ਹਾਰਟ ਆਫ ਦਾ ਸਿਸਟਮ। ਉਹ ਇੱਕ ਦਿਲ ਹੁੰਦਾ, ਹਾਰਟ ਹੁੰਦਾ ਸਾਰੇ ਸਿਸਟਮ ਦਾ, ਵਿੱਚ ਮੈਨੇਜ ਐਂਡ ਪ੍ਰੋਵਾਈਡ ਰਿਸੋਰਸ ਟੂ ਐਨੀ ਕਲਾਇੰਟ ਦੈਟ ਰਿਕੁਐਸਟ ਦੈਮ। ਜਿਹੜਾ ਵੀ ਕਲਾਇੰਟ ਉਹਨਾਂ ਨੂੰ ਰਿਕੁਐਸਟ ਕਰਦਾ ਉਸ ਦੀ ਰਿਕੁਐਸਟ ਨੂੰ ਫੁੱਲਫਿਲ ਕਰਦੇ ਨੇ ਸਰਵਰ 'ਤੇ ਮੈਨੇਜ ਕਰਕੇ ਰੱਖਦੇ ਨੇ ਅਤੇ ਉਹਨੂੰ ਰਿਸੋਰਸ ਪ੍ਰੋਵਾਈਡ ਕਰਵਾਉਂਦੇ ਨੇ। ਆਪਾਂ ਡਾਇਗਰਾਮ ਦੇ ਵਿੱਚ ਦੇਖਦੇ ਹਾਂ ਬਹੁਤ ਸਾਰੇ ਕਲਾਇੰਟ ਨੇ ਅਤੇ ਇੱਕ ਸਰਵਰ ਹੈ ਜਿਸ ਨੂੰ ਆਪਾਂ ਫਾਈਲ ਸਰਵਰ ਕਹਿ ਦਿੰਦੇ ਹਾਂ। ਸਾਰਾ ਡਾਟਾ ਇਸ 'ਤੇ ਸਟੋਰ ਹੁੰਦਾ ਹੈ ਅਤੇ ਕਲਾਇੰਟ ਉਸ ਤੋਂ ਡਾਟੇ ਦੀ ਡਿਮਾਂਡ ਕਰਦੇ ਨੇ ਅਤੇ ਉਸ ਡਿਮਾਂਡ ਨੂੰ ਸਰਵਰ ਪੂਰਾ ਕਰਦਾ। ਨੈਟਵਰਕ ਟਪੋਲਜੀ ਆਪਣੇ ਕੋਲ ਅੱਗੇ ਆ ਗਿਆ। ਨੈਟਵਰਕ ਟਪੋਲਜੀ, ਨੈਟਵਰਕ ਟਪੋਲਜੀ ਕੀ ਹੁੰਦਾ ਹੈ? ਨੈਟਵਰਕ ਟਪੋਲਜੀ ਰੈਫਰ ਟੂ ਦਾ ਮੈਨਰ ਇਨ ਵਿਚ ਦਾ ਲਿੰਕਸ ਐਂਡ ਨੋਡਸ ਆਫ ਦਾ ਨੈਟਵਰਕ ਆਰ ਅਰੇਂਜਡ ਟੂ ਰਿਲੇਟ ਟੂ ਈਚ ਅਦਰ। ਉਹ ਜਿਹੜੇ ਕੰਪਿਊਟਰ ਨੇ ਉਹ ਆਪਸ ਦੇ ਵਿੱਚ ਕਿਸ ਮੈਨਰ ਦੇ ਜ਼ਰੀਏ ਜੁੜੇ ਹੋਏ ਨੇ, ਉਹਨਾਂ ਦਾ ਅਰੇਂਜ ਕਰਨ ਦਾ ਤਰੀਕਾ ਕੀ ਹੈ? ਆਪਾਂ ਕਹਿ ਸਕਦੇ ਹਾਂ ਦਾ ਪਾਥ ਟੇਕਨ ਬਾਏ ਦਾ ਡਾਟਾ ਫਰੋਮ ਸੈਂਡਰ ਟੂ ਰਿਸੀਵਰ ਕੰਪਿਊਟਰ ਮੇਨਲੀ ਡਿਪੈਂਡ ਅਪੋਨ ਦਾ ਟਪੋਲਜੀ ਆਫ ਦਾ ਨੈਟਵਰਕ। ਜਿਹੜਾ ਆਪਾਂ ਡਾਟਾ ਕੰਪਿਊਟਰ ਤੇ ਸੈਂਡਰ ਤੋਂ ਰਿਸੀਵਰ ਦੇ ਤੱਕ ਜਾਂਦਾ ਹੈ, ਠੀਕ ਹੈ, ਉਹ ਕਾਹਦੇ 'ਤੇ ਡਿਪੈਂਡ ਕਰਦਾ? ਟਪੋਲਜੀ 'ਤੇ, ਵੀ ਉਹ ਕਿਸ ਤਰ੍ਹਾਂ ਦੇ ਤਰੀਕੇ ਜਾਂ ਕਿਸ ਤਰ੍ਹਾਂ ਦੇ ਰਸਤੇ ਦੇ ਵਿੱਚੋਂ ਹੋ ਕੇ ਉਹ ਡਾਟਾ ਲੰਘਦਾ। ਹਰੇਕ ਕੰਪਿਊਟਰ ਕਨੈਕਟ ਹੁੰਦਾ ਹੈ ਨੈਟਵਰਕਿੰਗ ਨਾਲ, ਅਤੇ ਨੋਡ ਜਿਹੜੇ ਹੁੰਦੇ ਨੇ ਸਾਰੇ ਕੰਪਿਊਟਰ ਹੁੰਦੇ ਨੇ ਕਿਵੇਂ ਇੱਕ ਦੂਜੇ ਦੇ ਨਾਲ ਕਨੈਕਟ ਨੇ, ਇਸ ਨੂੰ ਆਪਾਂ ਟੋਪੋਲੋਜੀ ਕਹਿੰਦੇ ਹਾਂ। ਵੀ ਕਿਸ ਫੋਰਮ ਦੇ ਵਿੱਚ ਉਹ ਕੰਪਿਊਟਰ ਆਪਸ ਦੇ ਵਿੱਚ ਜੁੜੇ ਹੋਏ ਨੇ, ਉਸ ਨੂੰ ਟੋਪੋਲੋਜੀ ਕਹਿ ਦਿੰਦੇ ਆਪਾਂ। ਨੈਟਵਰਕ ਟੋਪੋਲੋਜੀ ਇਜ਼ ਏ ਵੇ ਇਹ ਨੈਟਵਰਕ ਇਜ਼ ਅਰੇਂਜਡ। ਕਿਵੇਂ ਨੈਟਵਰਕ ਅਰੇਂਜ ਕੀਤਾ? ਇਨਕਲੂਡਿੰਗ ਦਾ ਫਿਜ਼ੀਕਲ ਔਰ ਲੋਜੀਕਲ ਡਿਸਕ੍ਰਿਪਸ਼ਨ ਆਫ ਹਾਊ ਲਿੰਕਸ ਐਂਡ ਨੋਡ ਆਰ ਸੈਟ ਅਪ ਟੂ ਰਿਲੇਟ ਟੂ ਈਚ ਅਦਰ। ਕਿਵੇਂ ਉਹ ਨੋਡ ਆਪਸ ਦੇ ਵਿੱਚ ਜੁੜੇ ਹੋਏ ਨੇ, ਕਿਵੇਂ ਹਾਊ ਦੀਸ ਨੋਡ ਆਰ ਕਨੈਕਟਡ ਇਨ ਦਾ ਨੈਟਵਰਕ ਇਜ਼ ਕਾਲਡ ਟੋਪੋਲੋਜੀ। ਕਿਸ ਤਰ੍ਹਾਂ ਦੇ ਨਾਲ, ਕਿਸ ਤਰੀਕੇ ਦੇ ਨਾਲ ਉਹ ਨੋਡ ਆਪਸ ਦੇ ਵਿੱਚ ਜੋੜੇ ਗਏ ਨੇ ਉਸ ਨੂੰ ਆਪਾਂ ਨੈਟਵਰਕ ਟਪੋਲਜੀ ਕਹਿ ਦਿੰਦੇ ਹਾਂ। ਆਪਣੇ ਕੋਲ ਬਹੁਤ ਸਾਰੀਆਂ ਨੈਟਵਰਕ ਟਪੋਲਜੀ ਨੇ। ਸਟਾਰ ਟਪੋਲਜੀ, ਰਿੰਗ ਟਪੋਲਜੀ, ਬੱਸ ਟਪੋਲਜੀ, ਟਰੀ ਟਪੋਲਜੀ, ਮੈਸ਼ ਟਪੋਲਜੀ, ਹਾਈਬ੍ਰਿਡ ਟਪੋਲਜੀ। ਸਟਾਰ ਟਪੋਲਜੀ ਕੀ ਹੁੰਦੀ ਹੈ? ਸਭ ਤੋਂ ਪਹਿਲਾਂ ਇਹਦੇ ਵਿੱਚ ਇਹ ਸਟਾਰ ਟਪੋਲਜੀ ਦਾ ਮੋਸਟ ਕਾਮਨ ਨੈਟਵਰਕ ਟਪੋਲਜੀ ਹੈ, ਬਹੁਤ ਜ਼ਿਆਦਾ ਵਰਤੀ ਜਾਣ ਵਾਲੀ ਕਾਮਨ ਹੈ। ਇਜ਼ ਲੇਡ ਆਊਟ ਸੋ ਐਵਰੀ ਨੋਡ ਇਨ ਦਾ ਨੈਟਵਰਕ ਇਜ਼ ਡਾਇਰੈਕਟਲੀ ਕਨੈਕਟਡ ਟੂ ਵਨ ਸੈਂਟਰਲ ਹੱਬ ਵਾਇਆ ਕੋਐਕਸੀਕਲ ਟਵਿਸਟ ਪੇਅਰ ਜਾਂ ਫੀਬਰ ਆਪਟਿਕ ਕੇਬਲ। ਹਰੇਕ ਕੰਪਿਊਟਰ ਇਸ ਦੇ ਵਿੱਚ ਆਪਾਂ ਡਾਇਗਰਾਮ ਦੇ ਵਿੱਚ ਵੀ ਦੇਖਦੇ ਹਾਂ ਇੱਕ ਸੈਂਟਰਲ ਕੰਪਿਊਟਰ ਦੇ ਜ਼ਰੀਏ ਜੁੜਿਆ ਹੋਇਆ, ਉਸ ਨੂੰ ਆਪਾਂ ਹੱਬ ਵੀ ਕਹਿ ਦਿੰਦੇ ਹਾਂ ਅਤੇ ਸਰਵਰ ਵੀ ਕਹਿ ਦਿੰਦੇ ਹਾਂ। ਅਤੇ ਕੇਬਲ ਕਿਹੜੀ ਵਰਤੀ ਜਾਂਦੀ ਹੈ? ਕੋਐਕਸੀਕਲ ਕੇਬਲ ਵਰਤਦੇ ਨੇ, ਜਾਂ ਟਵਿਸਟ ਪੇਅਰ ਕੇਬਲ ਜਿਹੜੀ ਹੁੰਦੀ ਹੈ, ਜਾਂ ਫਾਈਬਰ ਆਪਟੀਕਲ ਕੇਬਲ ਹੈ ਜਿਹੜੀ ਉਹ ਵਰਤੀ ਜਾਂਦੀ ਹੈ। ਐਕਟਿੰਗ ਐਜ਼ ਏ ਸਰਵਰ ਦਿਸ ਸੈਂਟਰਲ ਨੋਡ ਮੈਨੇਜ ਡਾਟਾ ਟਰਾਂਸਮਿਸ਼ਨ। ਸਰਵਰ ਦਾ ਕੰਮ ਕਰਦਾ, ਜਿਹੜਾ ਮੇਨ ਵਿਚਾਲੇ ਪੀਸੀ ਹੈ, ਸੈਂਟਰ ਦੇ ਵਿੱਚ ਪੀਸੀ ਹੈ, ਉਹ ਸਰਵਰ ਦਾ ਕੰਮ ਕਰਦਾ। ਐਜ ਇਨਫੋਰਮੇਸ਼ਨ ਸੈਂਟ ਫਰੋਮ ਐਨੀ ਨੋਡ ਔਨ ਦਾ ਨੈਟਵਰਕ ਹੈਜ਼ ਟੂ ਪਾਸ ਥਰੂ ਦਾ ਸੈਂਟਰ ਵਨ ਟੂ ਰੀਚ ਇਟਸ ਡੈਸਟੀਨੇਸ਼ਨ। ਇਨਫੋਰਮੇਸ਼ਨ ਨੂੰ ਡੈਸਟੀਨੇਸ਼ਨ 'ਤੇ ਪਹੁੰਚਣ ਲਈ ਸੈਂਟਰਲ ਕੰਪਿਊਟਰ ਦੇ ਵਿੱਚੋਂ ਦੀ ਲੰਘਣਾ ਪੈਂਦਾ। ਅਤੇ ਇਹ ਜਿਹੜੀ ਟਪੋਲਜੀ ਹੈ, ਹਰ ਇੱਕ ਕਮਿਊਨੀਕੇਸ਼ਨ ਹਰੇਕ ਕੰਪਿਊਟਰ ਦਾ ਜਿਹੜਾ ਉਹ ਸੈਂਟਰਲ ਕੰਪਿਊਟਰ ਦੇ ਨਾਲ ਹੀ ਹੁੰਦਾ ਡੈਸਟੀਨੇਸ਼ਨ 'ਤੇ ਪਹੁੰਚਣ ਦੇ ਲਈ, ਠੀਕ ਹੈ। ਜੇ ਸੈਂਟਰਲ ਕੰਪਿਊਟਰ ਫੇਲ ਹੋ ਜੇ ਇਸ ਦੇ ਵਿੱਚ ਤਾਂ ਸਾਰੇ ਕੰਪਿਊਟਰ ਫੇਲ ਹੋ ਜਾਂਦੇ ਨੇ। ਅਤੇ ਇਹ ਜਿਹੜਾ ਸਸਤਾ ਮੀਡੀਅਮ ਹੈ, ਠੀਕ ਹੈ, ਘੱਟ ਕੇਬਲ ਲੱਗਦੀ ਹੈ ਇਸ ਦੇ ਵਿੱਚ, ਅਤੇ ਨਵਾਂ ਕੰਪਿਊਟਰ ਜੇ ਇਸ ਦੇ ਵਿੱਚ ਐਡ ਕਰਨਾ ਹੋਵੇ ਉਹ ਵੀ ਨਵਾਂ ਜਲਦੀ ਜੁੜ ਜਾਂਦਾ ਹੈ। ਜੇਕਰ ਇੱਕ ਕੰਪਿਊਟਰ ਫੇਲ ਹੋ ਜਾਵੇ ਤਾਂ ਦੂਸਰੇ 'ਤੇ ਜ਼ਿਆਦਾ ਅਸਰ ਨਹੀਂ ਪੈਂਦਾ, ਪਰ ਜੇ ਹੱਬ ਹੀ ਫੇਲ ਹੋ ਜੇ ਤਾਂ ਸਾਰੇ ਦਾ ਸਾਰਾ ਨੈਟਵਰਕ ਆਪਣਾ ਖਰਾਬ ਹੋ ਜਾਂਦਾ। ਜੇ ਆਪਣੇ ਕੋਲ ਇੱਕ ਕੰਪਿਊਟਰ ਸਾਰਿਆਂ ਦੇ ਵਿੱਚੋਂ, ਜਿਵੇਂ 5 ਕੰਪਿਊਟਰ ਆਪਾਂ ਦੇਖਦੇ ਹਾਂ ਡਾਇਗਰਾਮ ਦੇ ਵਿੱਚ ਜੁੜੇ ਨੇ, ਅਤੇ 5 ਦੇ ਵਿੱਚੋਂ ਜੇ ਇੱਕ ਕੰਪਿਊਟਰ ਖੜ੍ਹ ਗਿਆ ਤਾਂ ਉਸ ਦਾ ਅਸਰ ਦੂਸਰੇ ਕੰਪਿਊਟਰ 'ਤੇ ਨਹੀਂ ਪੈਂਦਾ।
ਰਿੰਗ ਟਪੋਲੋਜੀ। ਤਾਂ ਇਸ ਦੇ ਨਾਮ ਤੋਂ ਹੀ ਪਤਾ ਲੱਗਦਾ ਵੀ ਸਰਕਲ ਦੇ ਵਿੱਚ, ਇੱਕ ਰਿੰਗ ਦੇ ਵਿੱਚ ਕੰਪਿਊਟਰ ਆਪਸ ਦੇ ਵਿੱਚ ਜੁੜੇ ਹੋਏ ਨੇ। ਸਿੰਸ ਈਚ ਡਿਵਾਈਸ ਇਜ਼ ਓਨਲੀ ਕਨੈਕਟਡ ਟੂ ਦਾ ਵਨਸ ਔਨ ਆਈਦਰ ਸਾਈਡ when data is transmitted, the packet also travel along the circle moving through each of the intermediate nodes until they arrive at their destination। ਹਰ ਇੱਕ ਕੰਪਿਊਟਰ ਸਰਕਲ ਦੇ ਵਿੱਚ ਆਪਸ ਦੇ ਵਿੱਚ ਜੁੜਿਆ ਗਿਆ ਕੇਬਲ ਦੇ ਜ਼ਰੀਏ, ਠੀਕ ਹੈ। ਜਦੋਂ ਵੀ ਕਿਸੇ ਨੂੰ ਡਾਟਾ ਟਰਾਂਸਫਰ ਕਰਦੇ ਨੇ ਤਾਂ ਉਸ ਨੂੰ ਨਾਲ ਵਾਲੇ ਕੰਪਿਊਟਰ ਦੇ ਵਿੱਚੋਂ ਡਾਟੇ ਨੂੰ ਲੰਘਣਾ ਪੈਂਦਾ। ਐਵਰੀ ਡਾਟਾ ਯੂਨਿਟ ਸੋਰਸ ਅਤੇ ਡੈਸਟੀਨੇਸ਼ਨ ਦੇ ਵਿੱਚ ਇੱਕ ਐਡਰੈਸ ਹੁੰਦਾ ਜਿਸ 'ਤੇ ਡਾਟੇ ਨੂੰ ਪਹੁੰਚਣਾ ਹੁੰਦਾ, ਠੀਕ ਹੈ। ਐਡਰੈਸ ਮਿਲ ਜਾਵੇ ਤਾਂ ਠੀਕ ਹੈ, ਨਹੀਂ ਤਾਂ ਦੂਸਰਾ ਜਿਹੜਾ ਪੀਸੀ ਹੈ ਉਹ ਦੂਸਰੇ ਨੂੰ ਡਾਟਾ ਟਰਾਂਸਫਰ ਕਰਦਾ। ਮੰਨ ਲਓ 1 ਨੰਬਰ ਪੀਸੀ ਨੇ 4 ਨੰਬਰ ਡਾਟੇ ਨੂੰ ਕੰਪਿਊਟਰ ਨੂੰ ਡਾਟਾ ਟਰਾਂਸਫਰ ਕੀਤਾ ਤਾਂ ਉਹ 2 ਅਤੇ 3 ਦੇ ਵਿੱਚੋਂ ਹੋ ਕੇ ਲੰਘ ਰਿਹਾ, ਤਾਂ 2 ਅਤੇ 3 ਦਾ ਜੇ ਐਡਰੈਸ ਮੈਚ ਕਰਦਾ ਤਾਂ ਠੀਕ ਹੈ, ਨਹੀਂ ਤਾਂ ਉਹ ਡਾਟੇ ਨੂੰ ਉੱਥੋਂ ਪਾਸ ਕਰ ਦਿੰਦੇ ਨੇ। ਤਾਂ ਜਿਹੜਾ 4th ਵਨ ਕੰਪਿਊਟਰ ਹੁੰਦਾ ਉਹ ਡਾਟੇ ਨੂੰ ਐਡਰੈਸ ਮੈਚ ਕਰਕੇ ਰਿਸੀਵ ਕਰ ਲੈਂਦਾ। ਸਟਾਰ ਨਾਲੋਂ ਇਹ ਥੋੜ੍ਹੀ ਜਿਹੀ ਵਧੀਆ ਹੈ, ਸਟਾਰ ਟੋਪੋਲੋਜੀ ਦੇ ਨਾਲੋਂ ਇਸ ਦਾ ਥੋੜ੍ਹਾ ਜਿਹਾ ਪਰਫੋਰਮੈਂਸ ਠੀਕ ਹੈ, ਕਿਉਂਕਿ ਹੱਬ 'ਤੇ ਉਹ ਡਿਪੈਂਡ ਕਰਦੀ ਸੀ, ਇਸ ਦੇ ਵਿੱਚ ਕੋਈ ਹੱਬ ਨਹੀਂ ਗਾ ਹੈਗਾ। ਫਾਸਟ ਹੈ, ਡਿਸਟਰੀਬਿਊਟ ਡਾਟਾ ਪ੍ਰੋਸੈਸਿੰਗ ਸਿਸਟਮ ਇਸ ਦੇ ਵਿੱਚ ਵਰਤਿਆ ਜਾਂਦਾ ਅਤੇ ਹਾਈ ਸਪੀਡ ਦੇ ਨਾਲ ਇਹ ਡਾਟੇ ਨੂੰ ਟਰਾਂਸਫਰ ਕਰਦੀ ਹੈ। ਅਤੇ ਜਿੱਥੇ ਹਾਈ ਸਪੀਡ ਵਾਲੇ ਡਾਟੇ ਨੂੰ ਆਪਾਂ ਟਰਾਂਸਫਰ ਕਰਨ ਦੀ ਲੋੜ ਪਵੇ ਤਾਂ ਉੱਥੇ ਇਹਦਾ ਸੈਟਅਪ ਕੀਤਾ ਜਾਂਦਾ ਹੈ। ਵਨ ਨੋਡ ਇਹਦੇ ਵਿੱਚ ਫੇਲ ਹੋ ਜੇ ਤਾਂ ਸਾਰੇ ਦਾ ਸਾਰਾ ਜਿਹੜਾ ਉਹ ਨੈਟਵਰਕ ਹੈ ਇਸ ਦੇ ਵਿੱਚ ਫੇਲ ਹੋ ਜਾਂਦਾ। ਨੀਚੇ ਆਪਾਂ ਡਾਇਗਰਾਮ ਦੇ ਵਿੱਚ ਵੀ ਦੇਖਦੇ ਹਾਂ, ਰਿੰਗ ਦੀ ਤਰ੍ਹਾਂ ਕੰਪਿਊਟਰ ਇੱਕ ਸਰਕਲ ਦੇ ਵਿੱਚ ਸਾਰੇ ਜੁੜੇ ਹੋਏ ਨੇ। ਬੱਸ ਟਪੋਲੋਜੀ, ਇਸ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇੱਕ ਸਿੰਗਲ ਕੇਬਲ, ਇਹਨੂੰ ਹੋਰੀਜੈਂਟਲ ਟਪੋਲੋਜੀ ਵੀ ਕਹਿ ਦਿੰਦੇ ਨੇ, ਇੱਕ ਸਿੰਗਲ ਬੈਕਬੋਨ ਕੇਬਲ ਦੇ ਜ਼ਰੀਏ ਸਾਰੇ ਕੰਪਿਊਟਰ ਆਪਸ ਦੇ ਵਿੱਚ ਜੁੜੇ ਨੇ। ਇਹ ਬੱਸ ਟਪੋਲੋਜੀ ਓਰੀਐਂਟ all the device on the network along a single cable running in a single direction from one end of the network to the another end। ਦੂਸਰੇ ਐਂਡ ਦੇ ਉੱਤੇ ਡਾਟੇ ਨੂੰ ਟਰਾਂਸਫਰ ਕਰਨ ਦੇ ਲਈ ਇੱਕ ਜਿਹੜੀ ਕੇਬਲ ਲੱਗੀ ਆ ਉਸ 'ਤੇ ਜਿੰਨੇ ਵੀ ਪੀਸੀ ਨੇ ਸਭ ਦੇ ਵਿੱਚੋਂ ਡਾਟੇ ਨੂੰ ਲੰਘਣਾ ਪੈਂਦਾ। ਸਿੰਗਲ ਕੇਬਲ ਐਕਟ ਐਜ਼ ਏ ਬੈਕਬੋਨ, ਟੀ ਕਨੈਕਟਰ ਦੇ ਜ਼ਰੀਏ ਇਹ ਆਪਸ ਦੇ ਵਿੱਚ ਜੁੜੇ ਗਏ ਨੇ। ਆਲ ਕੰਪਿਊਟਰ ਨੇ ਜਿਹੜੇ ਉਹ ਰਿਸੀਵ ਕਰਦੇ ਨੇ, ਪਰ ਜਿਸ ਦਾ ਐਡਰੈਸ ਮੈਚ ਕਰਦਾ ਡਾਟੇ ਨੂੰ ਉਹੀ ਕੰਪਿਊਟਰ ਹੈ ਜਿਹੜਾ ਉਹ ਇਨਕੋਡ ਕਰਦਾ। ਜਿਹੜਾ ਡਾਟਾ ਉਹ ਕੋਡਿੰਗ ਦੇ ਵਿੱਚ ਭੇਜਿਆ ਜਾਂਦਾ, ਕੋਡ ਕਰਕੇ ਭੇਜਿਆ ਜਾਂਦਾ, ਯਾਨੀ ਕਿ ਡਾਟੇ ਦਾ ਜਿਹੜਾ ਫਾਰਮੈਟ ਚੇਂਜ ਕਰ ਦਿੱਤਾ ਜਾਂਦਾ ਹੈ। ਮੰਨ ਲਓ ਇੱਕ ਕੰਪਿਊਟਰ ਨੇ 5 ਨੰਬਰ ਕੰਪਿਊਟਰ ਨੂੰ ਡਾਟਾ ਸੈਂਡ ਕਰਨਾ ਤਾਂ ਉਹ ਜਿਹੜੇ ਵਿਚਾਲੇ ਕੰਪਿਊਟਰ ਨੇ ਸਭ ਤੋਂ ਹੋ ਕੇ ਲੰਘੇਗਾ, ਪਰ ਜਿਹੜਾ ਐਡਰੈਸ ਮੈਚ ਕਰਦਾ ਉਹ 5th ਕੰਪਿਊਟਰ ਦਾ ਕਰਦਾ ਤਾਂ ਉਹ ਡਾਟੇ ਨੂੰ ਇਨਕੋਡ ਕਰ ਲੈਂਦਾ, ਦੂਸਰੇ ਪੜ੍ਹਨਯੋਗ ਫਾਰਮੈਟ ਦੇ ਵਿੱਚ ਉਸ ਡਾਟੇ ਨੂੰ ਤੋੜ ਕੇ ਪੜ੍ਹ ਲੈਂਦਾ। ਅਤੇ ਬੈਕਬੋਨ ਟਪੋਲੋਜੀ ਵੀ ਇਹਨੂੰ ਕਹਿ ਦਿੰਦੇ ਨੇ। ਅਤੇ ਸਾਰੇ ਡਾਟੇ ਨੂੰ ਕੰਪਿਊਟਰ ਨੇ ਜਿੰਨੇ ਵੀ ਉਹ ਅਸੈਪਟ ਕਰਦੇ ਨੇ, ਜਿਸ ਦਾ ਐਡਰੈਸ ਮੈਚ ਕਰਦਾ ਉਹ ਅਸੈਪਟ ਕਰ ਲੈਂਦਾ, ਠੀਕ ਹੈ, ਦੂਸਰੇ ਉਹਨੂੰ ਰਿਜੈਕਟ ਕਰ ਦਿੰਦੇ। ਘੱਟ ਕੇਬਲ ਦਾ ਖਰਚਾ ਇਸ 'ਤੇ ਅਤੇ ਐਕਸਪੈਂਡ ਹੋ ਜਾਂਦੀ ਹੈ, ਈਜ਼ੀ ਟੂ ਐਕਸਪੈਂਡ, ਯਾਨੀ ਕਿ ਜੇ ਵਧਾਉਣਾ ਹੋਵੇ, ਨੋਡ ਜੋੜਨੇ ਹੁਣ ਛੇਤੀ ਜੁੜ ਜਾਂਦੇ ਨੇ। ਈਜ਼ੀ ਟੂ ਇੰਸਟਾਲ ਵੀ, ਇਹ ਇੰਸਟਾਲ ਕਰਨਾ ਇਹਨੂੰ ਸੌਖਾ ਹੈ। ਇਹਦੀ ਸਪੀਡ ਥੋੜ੍ਹੀ ਜਿਹੀ ਸਲੋ ਹੈ, ਕਿਉਂਕਿ ਹਰ ਇੱਕ ਸਿੰਗਲ ਕੇਬਲ ਦੇ ਉੱਤੇ ਹਰ ਇੱਕ ਜਿਹੜਾ ਕੰਪਿਊਟਰ ਹੈ ਉਹ ਡਾਟੇ ਨੂੰ ਸ਼ੇਅਰ ਕਰਨਾ ਚਾਹੁੰਦਾ ਹੁੰਦਾ, ਠੀਕ ਹੈ, ਹਰੇਕ ਨੇ ਉਸ ਕੇਬਲ ਨੂੰ ਵਰਤਣਾ ਹੁੰਦਾ। ਅੱਗੇ ਆਪਣੇ ਕੋਲ ਆ ਜਾਂਦਾ ट्री टपोलॉजी, combining element of star and bus topology allow for the easy addition of nodes and network expansion। ਮੰਨ ਲਓ ट्री टपोलॉजी, ਇਹ ट्री ਲਾਈਕ ਸਟਰਕਚਰ ਹੁੰਦਾ, ਪੇਰੈਂਟ ਚਾਈਲਡ ਦਾ ਜਿਹੜਾ ਰਿਲੇਸ਼ਨਸ਼ਿਪ ਹੁੰਦਾ ਹਾਇਰਾਰਕੀਕਲ ਡਿਜ਼ਾਈਨ ਕੀਤਾ ਹੁੰਦਾ। ट्री ਲਾਈਕ ਸਟਰਕਚਰ ਦੇ ਵਿੱਚ ਸਾਰੇ ਕੰਪਿਊਟਰ ਆਪਸ ਦੇ ਵਿੱਚ ਜੁੜੇ ਹੁੰਦੇ ਨੇ, ਠੀਕ ਹੈ। ਜਿਵੇਂ ਆਪਾਂ ਡਾਇਗਰਾਮ ਦੇ ਵਿੱਚ ਦੇਖਦੇ ਹਾਂ, ਉੱਪਰ ਇੱਕ ਸੈਂਟਰਲ ਹੱਬ ਹੁੰਦਾ, ਨੀਚੇ 2 ਇਹਦੇ ਵਿੱਚ ਹੋਰ ਟਰਮੀਨਲ ਹੁੰਦੇ ਨੇ। ਟਰਮੀਨਲ ਦੇ ਜ਼ਰੀਏ ਦੂਸਰੇ ਜਿੰਨੇ ਵੀ ਨੋਡ ਹੁੰਦੇ ਨੇ ਉਹ ਟਰਮੀਨਲ ਦੇ ਨਾਲ ਜੁੜੇ ਹੁੰਦੇ ਨੇ। ਲੈਵਲ ਬਾਏ ਲੈਵਲ ਜਿਹੜਾ ਉਹ ਡਾਟਾ ਟਰਾਂਸਮਿਸ਼ਨ ਹੁੰਦਾ, ਲੈਵਲ ਬਾਏ ਲੈਵਲ। ट्री ਦੇ
ਬ੍ਰਾਂਚਸ ਹੁੰਦੀਆਂ ਨੇ, ਬ੍ਰਾਂਚਸ ਤੋਂ ਅੱਗੇ ਸਬ ਬ੍ਰਾਂਚਸ ਹੁੰਦੀਆਂ ਨੇ ਜਿੱਥੇ ਡਾਟਾ ਟਰਾਂਸਫਰ ਹੁੰਦਾ ਹੈ। ਇਹਦੇ ਨੀਚੇ ਨੋਡ ਨੂੰ ਐਡ ਕਰਨਾ ਬਹੁਤ ਆਸਾਨ ਹੋ ਜਾਂਦਾ ਹੈ। ਸਰਵਰ ਸਭ ਤੋਂ ਟੌਪ ਤੇ ਹੁੰਦਾ ਹੈ, ਸਰਵਰ ਜਿਹੜਾ ਨੈਕਸਟ ਲੈਵਲ ਤੇ ਹੁੰਦਾ ਉਹ ਟਰਮੀਨਲ ਹੁੰਦੇ ਨੇ, ਤੇ ਉਸ ਤੋਂ ਬਾਕੀ ਜਿਹੜੇ ਅੱਗੇ ਕਲਾਇੰਟ ਜੁੜੇ ਹੁੰਦੇ ਨੇ। ਤੇ ਕੰਟਰੋਲਿੰਗ ਇਹਦੀ ਥੋੜੀ ਜਿਹੀ ਸਿੰਪਲ ਹੋ ਜਾਂਦੀ ਹੈ। ਲੋਐਸਟ ਲੈਵਲ ਤੇ ਨੋਡ ਨੂੰ ਐਡ ਕਰਨਾ ਸੌਖਾ ਹੈ ਆਪਾਂ ਨੂੰ, ਠੀਕ ਹੈ, ਪਰ ਇਹਦੇ 'ਚ ਸ਼ਾਰਟਕਮਿੰਗ ਵੀ ਹੈਗੀ ਹੈ। ਟੌਪ ਕੰਪਿਊਟਰ ਜੇ ਫੇਲ ਹੋ ਜੇ ਤਾਂ ਸਾਰੇ ਦੇ ਸਾਰੇ ਕੰਪਿਊਟਰ ਫੇਲ ਹੋ ਜਾਂਦੇ ਨੇ। ਆਪਣੇ ਕੋਲ ਅੱਗੇ ਆ ਜਾਂਦਾ ਹੈ ਮੈਸ਼ ਟਪੋਲਜੀ। ਇਸ ਨੂੰ ਆਪਾਂ ਫੁੱਲੀ ਕਨੈਕਟਡ ਨੈਟਵਰਕ ਵੀ ਕਹਿ ਦਿੰਦੇ ਹਾਂ, ਜਾਂ ਫੁੱਲੀ ਕਨੈਕਟਡ ਜਾਂ ਪੁਆਇੰਟ ਟੂ ਪੁਆਇੰਟ ਕਨੈਕਸ਼ਨ ਹੈ ਜਿਹੜਾ ਹੁੰਦਾ ਹੈ ਇਸ ਟੋਪੋਲੋਜੀ ਦੇ ਵਿੱਚ ਦੇਖਿਆ ਜਾ ਸਕਦਾ ਹੈ। ਵੇਅਰ ਦਾ ਨੋਡ ਆਰ ਇੰਟਰਕਨੈਕਟਡ, ਸਾਰੇ ਨੋਡ ਮੰਨ ਲਓ 5 ਕੰਪਿਊਟਰ ਜੁੜੇ ਹੋਏ ਨੇ, ਆਪਾਂ ਮੰਨ ਕੇ ਚੱਲਦੇ ਹਾਂ ਇਸ ਡਾਇਗਰਾਮ ਦੇ ਵਿੱਚ ਆਪਾਂ ਨੂੰ 6 ਕੰਪਿਊਟਰ ਦਿਖਾਏ ਗਏ ਨੇ, ਪਰ ਜਿਹੜਾ ਇੱਕ ਕੰਪਿਊਟਰ ਹੈ ਉਹ ਦੂਸਰੇ 5 ਦੇ ਨਾਲ ਜੁੜਿਆ ਹੁੰਦਾ ਹੈ। ਇਸ ਦੇ ਵਿੱਚ ਕੋਈ ਪਾਥ, ਇੱਕ ਇੰਡੀਵਿਜੂਅਲ ਪਾਥ ਦੀ ਲੋੜ ਨਹੀਂ ਗੀ ਪੈਂਦੀ ਆਪਾਂ ਨੂੰ, ਕਿਉਂਕਿ ਜਿਸ ਪਾਥ ਤੋਂ ਮਰਜ਼ੀ ਵੀ ਡਾਟਾ ਜਿਸ ਦੀ ਮਤਲਬ ਕੰਪਿਊਟਰ ਨੂੰ ਚਾਹੀਦਾ ਹੁੰਦਾ ਉੱਥੋਂ ਹੀ ਉਸ ਪਾਥ ਤੋਂ ਹੀ ਡਾਟੇ ਨੂੰ ਟਰਾਂਸਫਰ ਕਰ ਸਕਦਾ। ਆਲ ਕੰਪਿਊਟਰ ਡਾਇਰੈਕਟਲੀ ਕਨੈਕਟਡ ਵਿਦ ਈਚ ਅਦਰ ਕੰਪਿਊਟਰ, ਜਿਹੜੇ ਸਾਰੇ ਕੰਪਿਊਟਰ ਹੁੰਦੇ ਨੇ ਆਪਸ ਦੇ ਵਿੱਚ ਇੱਕ ਕੰਪਿਊਟਰ ਦੂਜੇ ਸਾਰੇ ਕੰਪਿਊਟਰਾਂ ਦੇ ਨਾਲ ਜੁੜਿਆ ਹੁੰਦਾ ਹੈ। ਪਾਰਸ਼ਲ ਮੈਸ਼ ਟੋਪੋਲੋਜੀ ਆਰ ਮੋਸਟਲੀ ਇੰਟਰਕਨੈਕਟਡ ਵਿਦ ਏ ਫਿਊ ਨੋਡ ਵਿਦ ਓਨਲੀ 2 or 3 ਕਨੈਕਸ਼ਨ, 2 ਜਾਂ 2 ਤੋਂ ਜ਼ਿਆਦਾ ਕਨੈਕਸ਼ਨਾਂ ਹੁੰਦੇ ਨੇ ਇਹਨਾਂ ਦੇ ਵਿਚਕਾਰ ਆਪਸ ਦੇ ਵਿੱਚ। ਵਾਈਲ ਫੁੱਲ ਮੈਸ਼ ਟੋਪੋਲੋਜੀ ਆਰ ਸਰਪ੍ਰਾਈਜ਼ ਫੁੱਲੀ ਇੰਟਰਕਨੈਕਟਡ, ਇਹਦੇ ਵਿੱਚ ਇੱਕ ਪਾਰਸ਼ਲ, ਦੋ ਤਰ੍ਹਾਂ ਦੀਆਂ ਟੋਪੋਲੋਜੀ ਇਹਦੇ ਵਿੱਚ ਵੀ ਆ ਜਾਂਦੇ, ਇੱਕ ਪਾਰਸ਼ਲ ਤੇ ਇੱਕ ਫੁੱਲ। ਪਾਰਸ਼ਲ ਦੇ ਵਿੱਚ ਇੱਕ ਨੋਡ ਹੈ ਜਿਹੜਾ ਉਹ 2 ਜਾਂ 3 ਦੇ ਨਾਲ ਜੁੜਿਆ ਹੁੰਦਾ, ਤੇ ਜਿਹੜੀ ਫੁੱਲ ਮੈਸ਼ ਟੋਪੋਲੋਜੀ ਹੁੰਦੀ ਹੈ ਫੁੱਲੀ ਕਨੈਕਟਡ, ਉਹਦੇ ਵਿੱਚ ਸਾਰੇ ਨੋਡ ਦੇ ਨਾਲ ਉਹ ਇੱਕ ਕੰਪਿਊਟਰ ਜੁੜਿਆ ਹੁੰਦਾ। ਇਸ ਦੇ ਵਿੱਚ ਡਾਟੇ ਟਰਾਂਸਫਰ ਦੀ ਜਿਹੜੀ ਭਰੋਸੇਯੋਗਤਾ ਉਹ ਜ਼ਿਆਦਾ ਹੈ, ਫਾਸਟ ਹੈ, ਠੀਕ ਹੈ, ਜ਼ਿਆਦਾ ਐਕਸਪੈਂਸਿਵ ਹੈ, ਅਤੇ ਜੇ ਨਵਾਂ ਨੋਡ ਇਹਦੇ ਵਿੱਚ ਐਡ ਕਰ ਲੈਂਦੇ ਹਾਂ ਤਾਂ ਉਹ ਕੋਸਟ ਜ਼ਿਆਦਾ ਹੋ ਜਾਂਦੀ ਹੈ, ਠੀਕ ਹੈ। ਵੱਖਰੇ ਵੱਖਰੇ ਫਿਜ਼ੀਕਲ ਕਨੈਕਸ਼ਨ ਬਣਾਏ ਜਾਂਦੇ ਨੇ, ਵੱਖਰੇ ਵੱਖਰੇ ਫਿਜ਼ੀਕਲ ਲਿੰਕ ਦੇ ਜ਼ਰੀਏ ਇੱਕ ਤੋਂ ਦੂਜੇ ਕੰਪਿਊਟਰ ਦੇ ਨਾਲ ਇਸ ਦੇ ਵਿੱਚ ਜਿਹੜੇ ਕੰਪਿਊਟਰ ਜੁੜੇ ਹੁੰਦੇ ਨੇ। ਡਾਇਗਰਾਮ ਦੇ ਵਿੱਚ ਆਪਾਂ ਦੇਖਦੇ ਹੀ ਹਾਂ ਸਾਰੇ ਕੰਪਿਊਟਰ ਆਪਸ ਦੇ ਵਿੱਚ ਜੁੜੇ ਹੋਏ ਨੇ। ਹਾਈਬ੍ਰਿਡ ਟੋਪੋਲੋਜੀ ਅੱਗੇ ਆਪਣੇ ਕੋਲ ਆ ਗਈ। 2 ਜਾਂ 2 ਤੋਂ ਵੱਧ ਜਿਹੜੀਆਂ ਆਪਣੇ ਕੋਲ ਟੋਪੋਲੋਜੀ ਹੁੰਦੀਆਂ ਨੇ, ਕੰਬੀਨੇਸ਼ਨ ਹੁੰਦਾ ਹੈ 2 ਜਾਂ 2 ਤੋਂ ਵੱਧ ਟੋਪੋਲੋਜੀ ਦਾ। ਹਾਈਬ੍ਰਿਡ ਟੋਪੋਲੋਜੀ ਕੰਬਾਈਨ 2 or more different ਟੋਪੋਲੋਜੀ ਸਟਰਕਚਰ। ਦਾ ਟਰੀ ਟੋਪੋਲੋਜੀ ਇਜ਼ ਗੁੱਡ ਐਗਜ਼ਾਮਪਲ ਇੰਟੀਗ੍ਰੇਟਿੰਗ the bus and star layout. Hybrid structure are most commonly found in large company, ਜਿਹੜੀਆਂ ਲਾਰਜ ਕੰਪਨੀ ਹੁੰਦੀਆਂ ਨੇ ਉਹ ਇਸ ਕਨੈਕਸ਼ਨ ਦੀ ਜ਼ਿਆਦਾ ਵਰਤੋਂ ਕਰਦੀਆਂ ਨੇ, ਕਿਉਂਕਿ ਇਸ ਦੇ ਵਿੱਚ ਇੱਕ ਤੋਂ ਜ਼ਿਆਦਾ ਟੋਪੋਲੋਜੀ ਜਿਹੜੀਆਂ ਆਪਸ ਦੇ ਵਿੱਚ ਉਹ ਜੁੜੀਆਂ ਹੁੰਦੀਆਂ ਨੇ। ਸਟਾਰ ਰਿੰਗ ਤੇ ਫੁੱਲੀ ਕਨੈਕਟਡ ਨੈਟਵਰਕ ਹੈ ਜਿਹੜਾ ਉਹ ਜ਼ਿਆਦਾਤਰ ਇਸ ਦੇ ਵਿੱਚ ਦੇਖਿਆ ਜਾਂਦਾ ਹੈ, ਤੇ ਕੰਪਨੀ ਦੇ ਅਕੋਰਡਿੰਗ ਮੰਨ ਲਓ ਕਿਸੇ ਵੀ ਕੰਪਨੀ ਨੇ ਇਹ ਆਪਣਾ ਸਟਰਕਚਰ ਬਣਾਉਣਾ ਹੈ ਤਾਂ ਆਪਣੀ ਨੀਡ ਦੇ ਅਕੋਰਡਿੰਗ ਟੋਪੋਲੋਜੀ ਦੀ ਵਰਤੋਂ ਕਰਕੇ 2 ਜਾਂ 2 ਤੋਂ ਵੱਧ ਟੋਪੋਲੋਜੀ ਦੀ ਵਰਤੋਂ ਕਰਕੇ ਉਹ ਆਪਣੀ ਨੀਡ ਦੇ ਅਕੋਰਡਿੰਗ ਵੀ ਕਨੈਕਸ਼ਨ ਬਣਾ ਸਕਦੇ ਨੇ, ਪਰ ਜ਼ਿਆਦਾਤਰ ਇਸ ਦੇ ਵਿੱਚ ਸਟਾਰ ਰਿੰਗ ਤੇ ਫੁੱਲੀ ਕਨੈਕਟਡ ਟੋਪੋਲੋਜੀ ਜਿਹੜੀ ਉਹ ਵਰਤੀ ਜਾਂਦੀ ਹੈ। 2 ਜਾਂ 2 ਤੋਂ ਵੱਧ ਜਿਹੜੀਆਂ ਟੋਪੋਲੋਜੀਆਂ ਨੇ ਉਹਨਾਂ ਦੇ ਕੰਬੀਨੇਸ਼ਨ ਨੂੰ ਆਪਾਂ ਹਾਈਬ੍ਰਿਡ ਟੋਪੋਲੋਜੀ ਕਹਿ ਦਿੰਦੇ ਹਾਂ। ਥੈਂਕ ਯੂ, ਧੰਨਵਾਦ।